ਕਿਸੇ ਗੁਰਮੁਖ ਪਿਆਰਿਆਂ ਨੇ ਬੜੀ ਵਧੀਆ ਇੱਕ ਘਟਨਾ ਦੱਸੀ ਸੀ ਮੁੰਬਈ ਦੀ। ਉਸ ਵੀਰ ਨੇ ਉਹ ਘਟਨਾ ਆਪ ਦੱਸੀ ਉਹਨਾਂ ਸੱਜਣਾਂ ਨੂੰ। ਘਟਨਾ ਇਵੇਂ ਸੀ ਕਿ ਉਹ ਵੀਰ ਜਿਹੜਾ ਸੀ ਉਹ ਬੈਂਕ ਦੇ ਵਿੱਚ ਕੈਸ਼ੀਅਰ ਸੀ, ਤੇ ਉਹ ਵੀਰ ਦੱਸਦਾ, ਕਹਿੰਦਾ ਜੀ ਮੈਂ ਬੈਂਕ ਦੇ ਵਿੱਚ ਕੈਸ਼ੀਅਰ ਸੀ ਤੇ ਮੇਰੇ ਜਿਹੜੇ ਬੈਂਕ ਦੇ ਮੈਨੇਜਰ ਸੀ, ਇੱਕ ਦਿਨ ਮੈਨੂੰ ਉਹਨਾਂ ਨੇ ਕੋਲ ਬੁਲਾਇਆ ਤੇ ਮੈਨੂੰ ਕੋਲ ਬੁਲਾ ਕੇ ਕਹਿੰਦੇ ਕਿ ਤੁਸੀਂ ਗੁਰਸਿੱਖ ਹੋ, ਮੈਂ ਤੁਹਾਡੇ ਨਾਲ ਕੋਈ ਗੱਲ ਕਰ ਸਕਦਾ? ਕਹਿੰਦੇ ਮੈਂ ਕਿਹਾ ਜੀ ਜ਼ਰੂਰ, ਇਹ ਵੀ ਮੈਂ ਜ਼ਰੂਰ ਬੇਨਤੀ ਕਰਾਂ, ਸਾਨੂੰ ਜਿੱਥੋਂ ਵੀ ਗਿਆਨ ਮਿਲੇ ਲੈ ਲੈਣਾ ਚਾਹੀਦਾ। ਅਕਸਰ ਕਈ ਵਾਰੀ ਆਪਾਂ ਸੋਚਦੇ ਵੀ ਮੈਂ ਇਹ ਛੋਟੇ ਜਿਹੇ ਕੋਲ ਗਿਆਨ ਲਵਾਂ, ਮੈਂ ਇਹ ਬੱਚੇ ਜਿਹੇ ਤੋਂ ਗਿਆਨ ਲਵਾਂ। ਨਾ, ਗਿਆਨ ਜਿੱਥੋਂ ਵੀ ਮਿਲੇ ਸਾਨੂੰ ਲੈ ਲੈਣਾ ਚਾਹੀਦਾ। ਬਾਬੇ ਨੇ ਬਾਣੀ ਵਿੱਚ ਕਿਹਾ, ਸਾਂਝ ਕਰੀਜੈ ਗੁਣਾਂ ਕੇਰੀ। ਸਾਡੀ ਤੇ ਗੁਣਾਂ ਦੀ ਸਾਂਝ ਹੋਣੀ ਚਾਹੀਦੀ ਜਿੱਥੋਂ ਮਿਲੇ। ਇਹ ਨਹੀਂ ਕਿ ਮੈਂ ਕਹਾਂ ਮੈਂ ਸਿੱਖ ਹਾਂ ਜੀ, ਮੈਂ ਸਿੱਖ ਦੀ ਗੱਲ ਸੁਣਾਂਗਾ। ਨਾ, ਜਿੱਥੋਂ ਵੀ ਗਿਆਨ ਮਿਲੇ ਲੈ ਲੈਣਾ ਚਾਹੀਦਾ। ਉਹ ਬੈਂਕ ਦੇ ਮੈਨੇਜਰ ਸਾਹਿਬ ਕਹਿੰਦੇ ਕਿ ਤੁਸੀਂ ਗੁਰਸਿੱਖ ਹੋ, ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਚਾਹੁੰਦਾ, ਕਰ ਸਕਦਾ? ਉਹ ਕਹਿੰਦੇ ਜੀ ਬਿਲਕੁਲ ਕਰੋ। ਕਹਿੰਦੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ? ਕਹਿੰਦੇ ਮੈਂ ਕਿਹਾ ਜੀ ਹਾਂਜੀ ਮੈਂ ਦਰਸ਼ਨ ਕੀਤੇ। ਉਹਨਾਂ ਨੇ ਅੱਗੋਂ ਪ੍ਰਸ਼ਨ ਕੀਤਾ, ਕਿੰਨੀ ਵਾਰ ਦਰਸ਼ਨ ਕੀਤੇ? ਕਹਿੰਦੇ ਮੈਂ ਕਿਹਾ ਜੀ ਮੈਂ ਰੋਜ਼ ਹੀ ਦਰਸ਼ਨ ਕਰਦਾ, ਮੈਂ ਸਵੇਰੇ ਵੀ ਦਰਸ਼ਨ ਕਰਦਾ, ਮੈਂ ਸ਼ਾਮ ਨੂੰ ਵੀ ਦਰਸ਼ਨ ਕਰਦਾ, ਕਿਉਂਕਿ ਮੈਂ ਗੁਰਦੁਆਰਾ ਸਾਹਿਬ ਦਾ ਸਕੱਤਰ ਵੀ ਹਾਂ। ਉਹ ਕਹਿੰਦੇ ਮੈਨੂੰ ਨਹੀਂ ਪਤਾ ਤੁਸੀਂ ਸਕੱਤਰ ਹੋ, ਪ੍ਰਧਾਨ ਹੋ, ਕੌਣ ਨਹੀਂ, ਮੈਂ ਸਿਰਫ ਤੁਹਾਨੂੰ ਇਹ ਪੁੱਛਿਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ? ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਨਾ, ਮੈਂ ਸਵੇਰੇ ਵੀ ਜਾਣਾ ਗੁਰਦੁਆਰਾ ਸਾਹਿਬ, ਸ਼ਾਮ ਨੂੰ ਵੀ ਜਾਣਾ। ਪ੍ਰਬੰਧ ਵੇਖਣ ਵਾਸਤੇ ਮੈਨੂੰ ਕਈ ਵਾਰੀ ਇਹਦੇ ਤੋਂ ਵੀ ਵੱਧ ਜਾਣਾ ਪੈਂਦਾ, ਇਸ ਕਰਕੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਵਾਰੀ ਦਰਸ਼ਨ ਕਰ ਲੈਣਾ। ਉਹ ਕਹਿੰਦੇ ਤੁਸੀਂ ਮੈਨੂੰ ਗਿਣਤੀਆਂ ਮਿਣਤੀਆਂ ਦੱਸਣ ਲੱਗੇ ਕਿ ਕਿੰਨੀ ਵਾਰੀ ਕੀਤੇ, ਕਿੰਨੀ ਵਾਰੀ ਜਾਂਦੇ, ਮੈਨੂੰ ਇਹਦੇ ਨਾਲ ਮਤਲਬ ਨਹੀਂ, ਮੈਂ ਸਿਰਫ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ? ਕਹਿੰਦੇ ਮੈਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਕਿਹਾ ਕਿ ਮੈਨੂੰ ਪਤਾ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਮੈਨੂੰ ਕਲੀਅਰ ਜਿਹਾ ਦੱਸੋ ਕਿ ਮੈਨੂੰ ਸਮਝਾਉਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ, ਮੈਨੂੰ ਦੱਸਣ ਦੀ ਕਿਰਪਾਲਤਾ ਕਰੋ। ਤੇ ਉਹ ਮੈਨੇਜਰ ਸਾਹਿਬ ਨੇ ਇਹ ਗੱਲ ਕਹੀ, ਕਹਿਣ ਲੱਗੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਿ ਤੋਂ ਲੈ ਕੇ ਅੰਤ ਤੱਕ ਆਪ ਆਪਣੀਆਂ ਅੱਖਾਂ ਦੇ ਨਾਲ ਪੜ੍ਹਿਆ, ਵਿਚਾਰਿਆ? ਕਹਿੰਦੇ ਮੈਂ ਕਿਹਾ ਜੀ ਨਹੀਂ, ਮੈਂ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਪ ਨਹੀਂ ਕੀਤਾ, ਮੈਂ ਆਪ ਪੜ੍ਹਿਆ ਨਹੀਂ। ਤੇ ਮੈਨੇਜਰ ਸਾਹਿਬ ਕਹਿੰਦਾ ਇੱਕਦਮ ਕਹਿਣ ਲੱਗਾ, ਫਿਰ ਛੱਡ ਦਿਓ ਸਕੱਤਰੀ, ਛੱਡ ਦਿਓ ਅਹੁਦੇ, ਛੱਡ ਦਿਓ ਗੁਰਦੁਆਰੇ ਜਾਣਾ। ਕੱਲ ਨੂੰ ਤੁਹਾਨੂੰ ਕੋਈ ਪੁੱਛ ਲਏਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ, ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਕੀ ਸਿਧਾਂਤ ਨੇ, ਕੀ ਵਿਚਾਰਧਾਰਾ ਹੈ, ਜੇ ਤੁਸੀਂ ਕੱਲ ਨੂੰ ਕਿਸੇ ਨੂੰ ਦੱਸ ਹੀ ਨਹੀਂ ਸਕੇ ਤੇ ਤੁਹਾਡੀ ਸਕੱਤਰੀ ਦਾ ਕੀ ਫਾਇਦਾ, ਤੁਹਾਡੇ ਅਹੁਦੇ ਦਾ ਕੀ ਲਾਭ, ਜੇ ਤੁਹਾਨੂੰ ਪਤਾ ਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਆ। ਕੱਲਾ ਮੱਥਾ ਟੇਕ ਕੇ ਚੌਰ ਸਾਹਿਬ ਕੀਤਾ, ਬਸ ਇਹਦੇ ਨਾਲ ਗੱਲ ਨਹੀਂ ਬਣਨੀ। ਕਹਿੰਦੇ ਉਹਨਾਂ ਦੀ ਗੱਲ ਮੈਨੂੰ ਟੁੰਬੀ ਦਿਮਾਗ ਵਿੱਚ। ਕਹਿੰਦੇ ਉਹ ਦਿਨ ਜਾਏ, ਮੈਂ ਆਪਣੇ ਜੀਵਨ ਦੇ ਵਿੱਚ ਆਪ ਸਹਿਜ ਪਾਠ ਕਰਨਾ ਸ਼ੁਰੂ ਕੀਤਾ, ਤੇ ਸਹਿਜ ਪਾਠ ਵੀ ਬੜੇ ਪਿਆਰ ਦੇ ਵਿੱਚ ਬਾਣੀ ਦੇ ਅਰਥਾਂ ਨੂੰ ਸਮਝ ਕੇ। ਤੇ ਕਹਿੰਦੇ ਫਿਰ ਮੇਰੀਆਂ ਅੱਖਾਂ ਦੇ ਸਾਹਮਣੇ ਜਿਸ ਦਿਨ ਉਹ ਪੰਕਤੀ ਆਈ ਨਾ ਕਿ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਉਸ ਦਿਨ ਮੈਂ ਕੰਬ ਗਿਆ ਅੰਦਰ ਤੱਕ ਕਿ ਵਾਕਿਆ ਹੀ ਸਹੀ ਗੱਲ ਹੈ। ਅਸੀਂ ਤੇ ਕੇਵਲ ਬਾਹਰੀ ਦਰਸ਼ਨਾਂ ਨੂੰ ਦਰਸ਼ਨ ਸਮਝਦੇ ਰਹੇ, ਗੁਰਬਾਣੀ ਤੇ ਕਹਿੰਦੀ ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦਾ, ਉਦੋਂ ਤੱਕ ਤੇਰਾ ਕੋਈ ਗੁਰੂ ਪ੍ਰਤੀ ਸਤਿਕਾਰ ਨਹੀਂ। ਸਤਿਗੁਰ ਨੂੰ ਸਭ ਕੋ ਵੇਖਦਾ, ਉਹ ਤੇ ਸਾਰੇ ਵੇਖੀ ਜਾਂਦੇ ਨੇ ਗੁਰੂ ਨੂੰ, ਬਾਹਰੀ ਤੌਰ ਤੇ ਗੁਰੂ ਨੂੰ ਸਾਰੇ ਵੇਖਦੇ ਨੇ, ਮੱਥਾ ਸਾਰੇ ਟੇਕੀ ਜਾਂਦੇ ਨੇ, ਪਰ ਗੱਲ ਉਦਣ ਬਣਨੀ ਜਿੱਦਣ ਅਸੀਂ ਗੁਰੂ ਨੂੰ ਆਪ ਸਮਝਣਾ, ਵਿਚਾਰਨਾ ਸ਼ੁਰੂ ਕੀਤਾ, ਬਾਣੀ ਨੂੰ ਜੀਵਨ ਵਿੱਚ ਲਿਆਉਣਾ ਸ਼ੁਰੂ ਕੀਤਾ। ਸਾਹਿਬ ਕਹਿੰਦੇ ਆ ਗੱਲ ਤਾਂ ਬਣੇਗੀ, ਆ ਫਿਰ ਜੀਵਨ ਵਿੱਚ ਤਾਂ ਗੁਣ ਆਏਗਾ, ਮੋਖ ਦੁਆਰ ਵਾਲਾ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਫਿਰ ਉਹ ਆਪ ਬਾਣੀ ਪੜ੍ਹਨ ਵਾਲਾ, ਗੁਰੂ ਦੇ ਹੁਕਮ ਨੂੰ ਮੰਨ ਕੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਉਹ ਬਾਣੀ ਨੂੰ ਪੜ੍ਹਨ ਵਾਲਾ
ਉਹ ਗੁਰਬਾਣੀ ਨੂੰ ਸਮਝਣ ਵਾਲਾ ਫਿਰ ਆਪਣੇ ਜੀਵਨ ਦੇ ਵਿੱਚ ਆਪ ਹੀ ਮੁਕਤ ਨਹੀਂ, ਫਿਰ ਉਹ ਦੂਜਿਆਂ ਨੂੰ ਵੀ ਮੁਕਤ ਕਰ ਦਿੰਦਾ। ਮੰਨੈ ਪਰਵਾਰੈ ਸਾਧਾਰ। ਫਿਰ ਸਾਹਿਬ ਕਹਿੰਦੇ ਮੰਨੈ ਤਰੈ ਤਾਰੇ ਗੁਰ ਸਿੱਖ। ਹੁਣ ਤਰੈ ਗੁਰ, ਮੜਾ ਜਿਹੜਾ ਨਾ ਬੇੜੀ ਨੂੰ ਚਲਾਉਣ ਵਾਲਾ, ਉਹ ਆਪ ਤੇ ਤਰਦਾ ਹੀ ਆ, ਬੇੜੀ ਵਿੱਚ ਬੈਠਾ ਆਪ ਤੇ ਤਰਦਾ ਹੀ ਆ, ਪਰ ਜਿਹੜਾ ਪੂਰ ਬਿਠਾਇਆ ਹੋਵੇ, ਜਿਹੜੇ ਲੋਕ ਬਿਠਾਏ ਹੋਣ, ਉਹਨਾਂ ਨੂੰ ਵੀ ਤਾਰ ਦਿੰਦਾ। ਹੁਣ ਸਾਹਿਬ ਕਹਿੰਦੇ ਗੁਰੂ ਨੇ ਆਪ ਵੀ ਪਰਮਾਤਮਾ ਦੇ ਹੁਕਮ ਨੂੰ ਮੰਨਿਆ। ਇਹ ਨਹੀਂ ਕਿ ਦੂਜਿਆਂ ਨੂੰ ਕਿਹਾ ਮੰਨੋ ਮੰਨੋ, ਆਪ ਵੀ ਗੁਰੂ ਨੇ ਹੁਕਮ ਨੂੰ ਮੰਨਿਆ ਪਰਮਾਤਮਾ ਦੇ। ਗੁਰੂ ਅੰਗਦ ਸਾਹਿਬ ਜੀ ਦਾ ਅੱਜ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਹੁਕਮ ਨੂੰ ਮੰਨਿਆ, ਨਾ ਲੈਣਾ ਸੀ, ਹੁਕਮ ਨੂੰ ਮੰਨਿਆ। ਗੁਰੂ ਨਾਨਕ ਸਾਹਿਬ ਰਾਤ ਨੂੰ ਕਹਿੰਦੇ ਜਾ ਲੈਣੇ ਆ ਕੱਪੜੇ ਧੋ ਕੇ ਲਿਆ, ਜਾਂਦੇ ਨੇ ਲੈਣੇ ਆ। ਧਰਮਸ਼ਾਲਾ ਵਿੱਚ ਚੂਹੀ ਮਰ ਗਈ, ਚੁੱਕ ਕੇ ਸੁੱਟਦੇ। ਪੁੱਤਰ ਤੇ ਕਹਿੰਦੇ ਸਾਡਾ ਕੰਮ ਨਹੀਂ ਸ਼ੂਦਰਾਂ ਦਾ, ਭਾਈ ਲੈਣਾ ਚੁੱਕ ਕੇ ਸੁੱਟਦੇ ਨੇ। ਲੈਣੇ ਆ ਦੀਵਾਰ ਧਰਮਸ਼ਾਲਾ ਦੀ ਢਹਿ ਪਈ, ਬਣਾ। ਇਹ ਨਹੀਂ ਕਿਹਾ ਰਾਤ ਬਣਾਵਾਂਗੇ, ਬਰਸਾਤ ਹੋ ਰਹੀ, ਕਿੱਦਾਂ ਬਣਾਵਾਂਗੇ, ਬਣਾਉਣੀ ਸ਼ੁਰੂ ਕਰ ਦਿੱਤੀ। ਕੀ ਆ? ਹੁਕਮ ਮੰਨਣਾ। ਗੁਰੂ ਨੇ ਕਿਹਾ ਨਹੀਂ ਹੁਕਮ ਮੰਨੋ, ਗੁਰੂ ਨੇ ਆਪ ਵੀ ਜੀਵਨ ਵਿੱਚ ਹੁਕਮ ਮੰਨਿਆ। ਤੇ ਜਿੱਦਣ ਉਸ ਭਾਈ ਲੈਣੇ ਨੇ ਹੁਕਮ ਮੰਨਦੇ ਮੰਨਦੇ ਆਪਣੇ ਜੀਵਨ ਦਾ ਇੱਕ ਇੱਕ ਪਲ ਬਤੀਤ ਕੀਤਾ ਨਾ, ਉਹ ਭਾਈ ਲੈਣਾ ਫਿਰ ਗੁਰੂ ਨਾਨਕ ਦਾ ਅੰਗਦ ਬਣ ਗਿਆ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅੰਗ ਬਣ ਗਿਆ। ਬਣਿਆ ਕਿਵੇਂ? ਹੁਕਮ ਨੂੰ ਮੰਨ ਕੇ। ਹੁਕਮ ਮੰਨਿਆ ਹੋਵੇ ਪ੍ਰਵਾਨ। ਸਾਹਿਬ ਕਹਿੰਦੇ ਤਰੈ ਗੁਰ, ਇਹਦੇ ਅਰਥ ਕਰਨ ਲੱਗਿਆ ਐਵੇਂ ਕਰਾਂਗੇ, ਤਰੈ ਗੁਰ, ਗੁਰੂ ਆਪ ਵੀ ਤਰਦਾ ਹੈ ਪਰਮਾਤਮਾ ਦੇ ਹੁਕਮ ਨੂੰ ਮੰਨ ਕੇ, ਤਾਰੇ ਸਿੱਖ ਤੇ ਸਿੱਖਾਂ ਨੂੰ ਵੀ ਤਾਰ ਦਿੰਦਾ ਹੈ। ਮੰਨੈ ਨਾਨਕ ਭਵੇਂ ਨਾ ਭਿਖ। ਭਿਖ ਕਹਿੰਦੇ ਭਿਖਿਆ। ਪਰਮਾਤਮਾ ਦੇ ਹੁਕਮ ਨੂੰ ਮੰਨਣ ਵਾਲਾ ਹੈ ਨਾਨਕ, ਜਿਹੜਾ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਨਾ, ਭਾਵੇਂ ਨਾ ਭਿਖ, ਉਹ ਥਾਂ ਥਾਂ ਤੇ ਭਿਖਿਆ ਨਹੀਂ ਮੰਗਦਾ ਫਿਰਦਾ, ਭਾਵ ਥਾਂ ਥਾਂ ਦਾ ਮੁਥਾਜ ਨਹੀਂ ਬਣਦਾ। ਉਹਨੂੰ ਇਹ ਭਰੋਸਾ ਹੈ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਉਹ ਥਾਂ ਥਾਂ ਤੇ ਹੱਥ ਨਹੀਂ ਅੜਦਾ। ਉਹ ਤੇ ਇਹ ਕਹਿੰਦਾ ਤੂੰ ਦਾਤਾ ਸਭ ਮੰਗਤੇ, ਇੱਕੋ ਦੇਵਨਹਾਰ। ਉਹਨੂੰ ਭਰੋਸਾ ਕਿ ਇੱਕੋ ਪ੍ਰਮਾਤਮਾ ਸਾਰਿਆਂ ਨੂੰ ਦੇਣ ਵਾਲਾ। ਇਸ ਕਰਕੇ ਹੇ ਨਾਨਕ, ਪ੍ਰਮਾਤਮਾ ਦੇ ਹੁਕਮ ਨੂੰ ਮੰਨਣ ਵਾਲਾ ਥਾਂ ਥਾਂ ਦਾ ਮੁਥਾਜ ਨਹੀਂ ਬਣਦਾ, ਥਾਂ ਥਾਂ ਤੇ ਹੱਥ ਨਹੀਂ ਅੜਦਾ। ਉਹਨੂੰ ਕੇਵਲ ਇੱਕ ਪ੍ਰਮਾਤਮਾ ਤੇ ਭਰੋਸਾ ਹੈ। ਉਹ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਸਮਾਂ ਬਤੀਤ ਕਰਦਾ। ਐਸਾ ਨਾਮ ਨਿਰੰਜਨ ਹੋਏ। ਉਸ ਨਿਰਆਕਾਰ ਪ੍ਰਮਾਤਮਾ ਦਾ ਨਾਮ ਬਹੁਤ ਉੱਚਾ ਹੈ। ਉਹ ਪ੍ਰਮਾਤਮਾ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਹੈ, ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਪਰ ਸਾਹਿਬ ਕਹਿੰਦੇ ਇਹ ਗੱਲ ਤਾਂ ਸਮਝ ਵਿੱਚ ਆਉਂਦੀ ਹੈ ਜੇ ਕੋ ਮਨ ਜਾਣੈ ਮਨ ਕੋਏ। ਜੇ ਕੋਈ ਮਨੁੱਖ ਪ੍ਰਮਾਤਮਾ ਦੇ ਜੇ ਕੋਈ ਮਨੁੱਖ ਆਪਣੇ ਮਨ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਮ ਲਈ, ਹੁਕਮ ਲਈ ਲਗਨ ਪੈਦਾ ਕਰੇ, ਉਹਦੇ ਹੁਕਮ ਨੂੰ ਮੰਨ ਲਏ, ਤਾਂ ਸਾਹਿਬ ਕਹਿੰਦੇ ਇਹ ਅਵਸਥਾ ਜਿਹੜੀ ਹੈ ਬਣਦੀ ਹੈ, ਇਹ ਗੱਲ ਜੀਵਨ ਦੇ ਵਿੱਚ ਬਣਦੀ ਹੈ। ਸਤਿਗੁਰੂ ਕਿਰਪਾ ਕਰਨ। ਜਿਹੜੀਆਂ ਇਹ 8 ਪੌੜੀਆਂ ਜਿਹੜੀਆਂ ਨੇ, ਪਹਿਲਾਂ 4 ਸੁਣਿਆਂ ਦੀਆਂ, ਫਿਰ ਇਹ 4 ਮੰਨਣ ਦੀਆਂ, ਇਹ ਸਾਡੇ ਲਈ ਇੱਕ ਉਪਦੇਸ਼ ਹੈ। ਅੱਗੇ 5 ਪ੍ਰਵਾਨ, ਉਹ ਆਪਾਂ ਅਗਲੀ ਪੌੜੀ ਦੇ ਵਿੱਚ ਵੀ ਜ਼ਿਕਰ ਕਰਾਂਗੇ। ਪਹਿਲਾਂ ਸੁਣਨਾ ਹੈ, ਸੁਣਨ ਤੋਂ ਬਾਅਦ ਮੰਨਣਾ ਹੈ। ਜਦੋਂ ਮੰਨਾਂਗੇ ਪਾਵੇਂ ਮੋਖ ਦੁਆਰ, ਫਿਰ ਜੀਵਨ ਦੇ ਵਿੱਚ ਮੋਕਸ਼ ਦਾ ਦੁਆਰ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ, ਪਦਾਰਥਾਂ ਵੱਲੋਂ ਮੁਕਤੀ ਮਿਲਦੀ ਹੈ। ਸਤਿਗੁਰੂ ਕਿਰਪਾ ਕਰਨ। ਅਸੀਂ ਇਸ ਪੰਧ ਦੇ ਉੱਤੇ ਚੱਲਦੇ ਹੋਏ ਗੁਰੂ ਦੇ ਕੋਲੋਂ ਪ੍ਰਮਾਤਮਾ ਦੀ ਸਿਫਤ ਸਲਾਹ ਵਡਿਆਈ ਰੋਜ਼ ਹੀ ਸੁਣਦੇ ਹਾਂ। ਗੁਰੂ ਘਰ ਵਿੱਚ ਪਹੁੰਚ ਕੇ ਸੰਗਤ ਵਿੱਚ ਬੈਠ ਕੇ ਸੁਣਦੇ ਹਾਂ। ਗੁਰੂ ਅੱਗੇ ਅਰਦਾਸ ਕਰੀਏ ਕਿ ਗੁਰੂ ਸਾਹਿਬ ਮਿਹਰ ਕਰੋ, ਕਿਰਪਾ ਕਰੋ। ਕੋਸ਼ਿਸ਼ ਅਸੀਂ ਕਰਾਂਗੇ, ਮਿਹਰ ਦਾ ਹੱਥ ਤੁਸੀਂ ਰੱਖ ਦਿਓ ਤਾਂ ਕਿ ਅਸੀਂ ਤੇਰੇ ਉਹਨਾਂ ਸ਼ਬਦਾਂ ਨੂੰ ਜੀਵਨ ਵਿੱਚ ਮੰਨ ਸਕੀਏ। ਸਤਿਗੁਰੂ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਅਸੀਸ ਬਖਸ਼ਣ।